ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਲੰਗਰ ਤੇ ਸੰਗਤ ਦੇ ਅੰਦਰ ਚੱਲ ਰਹੀ ਕੁਰਸੀ ਦੀ ਅਯੋਗ ਵਰਤੋਂ, ਇਹਦੇ ਉੱਤੇ ਆਪਣੀ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਸੋ ਥੋੜ੍ਹਾ ਜਿਹਾ ਆਪਾਂ ਅਗਰ ਗੌਰ ਦੇ ਨਾਲ ਦੇਖਦੇ ਹਾਂ ਕਿ ਇਸ ਸਾਰੀ ਕੁਦਰਤ ਕਾਇਨਾਤ ਦੇ ਅੰਦਰ ਜਿੰਨੇ ਵੀ ਕੁਦਰਤੀ ਨਜ਼ਾਰੇ ਚੱਲਦੇ ਆ, ਉਹ ਕਿਸੇ ਨਾ ਕਿਸੇ ਕਾਇਦੇ ਨਿਯਮ ਦੇ ਹੇਠ ਚੱਲਦੇ ਆ। ਜਿਵੇਂ ਦੇਖੋ, ਧਰਤੀ ਘੁੰਮਦੀ ਆ, ਸੂਰਜ, ਚੰਦ, ਤਾਰੇ ਇਹ ਚੱਲਦੇ ਆ, ਹਵਾ, ਪਾਣੀ, ਬਸੰਤਰ ਇਹ ਵੀ ਕਿਸੇ ਖਾਸ ਨਿਯਮ ਦੇ ਅਧੀਨ ਚੱਲਦੇ ਆ, ਦਿਨ ਰਾਤ ਬਣਦੇ ਆ। ਭਾਵ ਕੀ ਆ ਕਿ ਜਿੰਨੀ ਵੀ ਕਾਇਨਾਤ ਆ, ਇਹ ਸਾਰੀ ਕਿਸੇ ਨਾ ਕਿਸੇ ਨਿਯਮ ਅਤੇ ਕਾਨੂੰਨ ਦੇ ਅਧੀਨ ਚੱਲਦੀ ਆ। ਅਗਰ ਕੁਦਰਤ ਦੀ ਸੱਤਾ ਜਿਹੜੀ ਹੈ ਨਾ, ਇਹ ਸਦਾ ਵਾਸਤੇ ਚੱਲਦੀ ਹੈ ਜਾਂ ਰਹਿੰਦੀ ਹੈ, ਇਹਦਾ ਇੱਕੋ ਇੱਕ ਜਿਹੜਾ ਮੇਨ ਕਾਰਨ ਹੈ, ਉਹ ਹੈ ਨਿਯਮ, ਕਾਨੂੰਨ। ਅਗਰ ਕੁਦਰਤ ਦੇ ਅੰਦਰ ਇਹ ਕਾਨੂੰਨ ਨਹੀਂ ਹੈ ਨਾ, ਤੇ ਇਹ ਜਿਹੜੀ ਕੁਦਰਤ ਦੀ ਕਾਇਨਾਤ ਹੈਗੀ ਆ, ਇਹਦੀ ਹੋਂਦ ਸਦਾ ਵਾਸਤੇ ਖਤਮ ਹੋ ਜਾਂਦੀ ਆ। ਇਸੇ ਤਰ੍ਹਾਂ ਆਪਾਂ ਧਰਮ ਦੇ ਦੁਨੀਆ ਦੇ ਅੰਦਰ ਦੇਖਦੇ ਹਾਂ ਕਿ ਧਰਮ ਦਾ ਦੂਸਰਾ ਨਾਮ ਵੀ ਕਾਨੂੰਨ ਆ, ਮਰਜ਼ਾਦਾ ਹੈਗਾ ਤੇ ਨਿਯਮ ਹੈਗਾ। ਕਿਉਂਕਿ ਧਰਮ ਜਿਹੜਾ ਹੈ ਨਾ, ਇਹ ਵਾਹਿਗੁਰੂ ਜੀ ਵੱਲੋਂ ਭੇਜੇ ਹੋਏ ਉਹਨਾਂ ਦੇ ਰਹਿਬਰ, ਪਕੰਬਰ, ਗੁਰੂ, ਪੀਰ, ਇਹਨਾਂ ਦੇ ਦੁਆਰਾ ਕਿਸੇ ਨਾ ਕਿਸੇ ਨਿਯਮ ਕਾਨੂੰਨ ਦੇ ਅਧੀਨ ਨੂੰ ਨਾਲ ਲੈ ਕੇ ਫਿਰ ਇਹ ਦੁਨੀਆ ਦੇ ਭਲੇ ਵਾਸਤੇ ਧਰਮ ਹੋਂਦ ਦੇ ਵਿੱਚ ਆਉਂਦੇ ਆ। ਜਿਵੇਂ ਆਪਾਂ ਦੇਖਦੇ ਹਾਂ ਕਿ ਜਿਸ ਧਰਮ ਦੇ ਅੰਦਰ ਕੋਈ ਮਰਜ਼ਾਦਾ ਨਹੀਂ, ਕੋਈ ਕਾਨੂੰਨ ਨਾ ਹੋਵੇ, ਉਹ ਧਰਮ ਸਿਰਫ ਕੇਵਲ ਤੇ ਕੇਵਲ ਇੱਕ ਦਿਖਾਵਾ ਮਾਤਰ ਰਹਿ ਜਾਂਦਾ। ਇਹ ਜਿਹੜਾ ਦਿਖਾਵਾ ਹੁੰਦਾ, ਅਸਲ 'ਚ ਕੀ ਹੁੰਦਾ, ਇਹ ਜਿਹੜਾ ਦਿਖਾਵਾ ਧਰਮ ਨਹੀਂ ਹੁੰਦਾ, ਧਰਮ ਦਾ ਪਰਛਾਵਾਂ ਹੁੰਦਾ। ਸੋ ਜਿਹੜਾ ਪਰਛਾਵਾਂ ਹੁੰਦਾ ਉਹ ਭਾਸਦਾ ਹੁੰਦਾ, ਉਹਦੀ ਕੋਈ ਅਸਲੀਅਤ ਨਹੀਂ ਹੁੰਦੀ। ਤਾਂ ਇਸੇ ਤਰ੍ਹਾਂ ਜਿਹੜੇ ਪ੍ਰਾਣੀ ਜਿਹੜੇ ਇਹਨਾਂ ਪਰਛਾਵਿਆਂ ਦੇ ਪਿੱਛੇ ਭੱਜਦੇ ਆ, ਉਹਨਾਂ ਦੀ ਜ਼ਿੰਦਗੀ ਵੀ ਇੱਕ ਭੇਡ ਦੀ ਨਿਆਈ ਹੁੰਦੀ ਆ। ਕਿਉਂਕਿ ਭੇਡ ਚਾਲ ਦੇ ਅੰਦਰ ਕੋਈ ਵੀ ਨਿਸ਼ਾਨਾ ਨਹੀਂ ਹੁੰਦਾ, ਅਤੇ ਜਿੰਨੀਆਂ ਵੀ ਇਹ ਪ੍ਰਾਣੀਆਂ ਦੀਆਂ ਜਿੰਦਾਂ ਹੈਗੀਆਂ ਜਿਹੜੀਆਂ ਭੇਡ ਚਾਲ ਦੇ ਅੰਦਰ ਚੱਲਦੀਆਂ, ਉਹਨਾਂ ਦਾ ਜੀਵਨ ਦੇ ਅੰਦਰ ਫਿੱਕਾ ਸਵਾਦ ਹੁੰਦਾ, ਕੱਚਾ ਚਾਹ ਹੁੰਦਾ। ਭਾਵ ਕੀ ਹੈ ਕਿ ਇਕੱਲੀ ਭਟਕਣਾ ਹੀ ਪੱਲੇ ਪੈਂਦੀ ਆ। ਉਹ ਆਪਾਂ ਥੋੜ੍ਹਾ ਜਿਹਾ ਅਗਰ ਦੇਖਦੇ ਹਾਂ ਗੁਰਸਿੱਖੀ ਦੇ ਉੱਪਰ, ਕਿਉਂ ਗੁਰਬਾਣੀ ਦਾ ਪਹਿਲਾ ਫਰਮਾਨ ਕਿ ਭੁੱਖੇ ਭਗਤ ਨਾ ਕੀਜੇ, ਕਿ ਭੁੱਖਿਆਂ ਤੋਂ ਬੰਦਗੀ ਨਹੀਂ ਹੁੰਦੀ। ਇਸ ਕਰਕੇ ਧਰਮ ਦੇ ਅੰਦਰ ਪਹਿਲਾ ਜਿਹੜਾ ਗੁਰੂ ਨਾਨਕ ਸਾਹਿਬ ਹੋਣਾ ਨੇ ਇਹ ਕਾਨੂੰਨ ਨਿਯਮ ਬਣਾਇਆ ਸੀਗਾ, ਇਹ ਸੀਗਾ ਭੁੱਖ ਨੂੰ ਦੂਰ ਕਰਨਾ। ਕਿਵੇਂ ਜਿਹੜੇ ਸਾਰੇ ਪ੍ਰਾਣੀਆਂ ਨੂੰ ਪਹਿਲਾਂ ਪੇਟ ਦੇ ਅੰਦਰ ਉਹਨਾਂ ਨੂੰ ਰੋਟੀ ਮਿਲਣੀ ਚਾਹੀਦੀ ਆ। ਸੋ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਲੰਗਰ ਭੁੱਖੇ ਸਾਧੂਆਂ ਨੂੰ ਪ੍ਰਸ਼ਾਦੇ ਦੇ ਵਿੱਚ ਖਰਚ ਕੀਤਾ ਉਹਨਾਂ ਟਾਈਮਾਂ ਦੇ ਵਿੱਚ। ਪਰ ਆਪਾਂ ਦੇਖਦੇ ਹਾਂ ਕਿ 20 ਰੁਪਈਆਂ ਦੇ ਲੰਗਰ ਦੇ ਵਿੱਚ ਜਿੰਨੇ ਸਾਧੂ ਭੁੱਖੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਸੀ, ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਗਿਆਨ ਗੋਸ਼ਟੀ ਨਹੀਂ ਕੀਤੀ। ਪਹਿਲਾਂ 20 ਰੁਪਈਆਂ ਦਾ ਲੰਗਰ ਛਕਾਇਆ, ਉਸ ਤੋਂ ਬਾਅਦ ਫਿਰ ਉਹਨਾਂ ਸਾਧੂਆਂ ਦੇ ਨਾਲ ਗਿਆਨ ਗੋਸ਼ਟੀ ਕੀਤੀ। ਪਰ ਇਸ ਲੰਗਰ ਦੇ ਵਿੱਚ ਅਤੇ ਗਿਆਨ ਗੋਸ਼ਟੀ ਦੇ ਵਿੱਚ ਇਹ ਦੇਖਿਆ ਗਿਆ ਕਿ ਧਰਮ ਦਾ ਜਿਹੜਾ ਪਹਿਲਾ ਕਾਨੂੰਨ ਆ ਉਹ ਕੀ ਹੈ, ਉਹ ਹੈਗਾ ਕਿ ਆਸਣ ਚੌਂਕੜਾ। ਜਿਹੜੇ ਚੌਂਕੜੇ ਦਾ ਆਸਣ ਇਸ ਨੂੰ ਜਿਵੇਂ ਆਦਿ ਤੋਂ ਹੀ ਜਾਂ ਜਗਾਦ ਤੋਂ ਹੀ ਜਿੰਨੇ ਵੀ ਰਿਸ਼ੀ ਮੁਨੀ ਉਹ ਵਰਤਦੇ ਆ ਰਹੇ ਆ, ਇਸੇ ਨੂੰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਧਾਨਤਾ ਦਿੱਤੀ ਹੈ। ਆਪਾਂ ਦੇਖਦੇ ਹਾਂ, ਚਾਹੇ ਦੇਵੀ ਦੇਵਤਿਆਂ ਦੇ ਅੰਦਰ ਸ਼ਿਵ ਜੀ ਆ, ਚਾਹੇ ਬ੍ਰਹਮਾ, ਸਾਰੇ ਹੀ ਜਿਹੜੇ ਚੌਂਕੜਾ ਲਾ ਕੇ ਆਪੋ ਆਪਣੇ ਅਸਥਾਨਾਂ ਦੇ ਉੱਤੇ ਬੈਠੇ ਹੋਏ ਆ, ਉੱਥੋਂ ਹੀ ਆਪਣਾ ਜਿਹੜੇ ਉਹ ਸਾਰੇ ਆਪਣਾ ਕਾਰਜ ਕਰਦੇ ਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੰਗਰ ਦੇ ਵਿੱਚ ਅਤੇ ਸੰਗਤ ਦੇ ਵਿੱਚ ਇਸ ਚੌਂਕੜੇ ਦੀ ਮਰਜ਼ਾਦਾ ਨੂੰ ਪਹਿਲ ਦੇ ਆਧਾਰ ਦੇ ਉੱਤੇ ਪਹਿਲਾਂ ਰੱਖਿਆ ਹੈਗਾ। ਉਸ ਤੋਂ ਬਾਅਦ ਇਸੇ ਹੀ ਮਰਜ਼ਾਦਾ ਨੂੰ ਅੱਗੇ ਵਧਾਉਂਦੇ ਆ। ਇਹ ਜਿਹੜੀ ਮਰਜ਼ਾਦਾ ਸੀ, ਇਹ ਪੱਕੇ ਤੌਰ 'ਤੇ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਦੇ ਵਿੱਚ ਖਡੂਰ ਸਾਹਿਬ ਲਾਗੂ ਕਰ ਦਿੱਤੀ ਹੈ ਕਿ ਭਾਈ ਪਹਿਲੇ ਪੰਗਤ ਪਾਸੇ ਸੰਗਤ, ਜਿਸ ਨੇ ਵੀ ਆਉਣਾ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਹੈ। ਉਸ ਤੋਂ ਬਾਅਦ ਫਿਰ ਸੰਗਤ ਵਿਚਾਰ ਗਿਆਨ ਗੋਸ਼ਟੀ ਦੀ ਗੱਲ ਕਰਨੀ ਆ। ਦੇਖੋ, ਉਸ ਟਾਈਮ ਦੇ ਜਿੰਨੇ ਵੀ ਵੱਡੇ ਵੱਡੇ ਰਾਜੇ ਹੋਏ ਆ ਜਾਂ ਸਮਰਾਟ ਅਕਬਰ ਤੱਕ ਵੀ ਹੋਇਆ, ਉਹਨਾਂ ਨੇ ਵੀ ਇਸੇ ਕਾਨੂੰਨ ਦੀ ਜਿਹੜੀ ਪਾਲਣਾ ਸੀਗੀ ਬੜੇ ਪਿਆਰ ਦੇ ਨਾਲ ਕੀਤੀ ਸੀਗੀ। ਇਹ ਨਹੀਂ ਸੀਗਾ ਕਿ ਦੁਨੀਆ ਦਾ ਕੋਈ ਬਹੁਤ ਉੱਚਾ ਆਦਮੀ ਆ ਜਾਵੇ,
ਉਹਦੇ ਵਾਸਤੇ ਲੰਗਰ ਦੀ ਮਰਜ਼ਾਦਾ ਨੂੰ ਤੋੜ ਕੇ ਕੋਈ ਹੋਰ ਮਰਜ਼ਾਦਾ ਜਿਵੇਂ ਅੱਜ ਕੱਲ੍ਹ ਮੇਜ਼ ਕੁਰਸੀਆਂ ਦੀ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਦੀ ਕੋਈ ਬੰਨੀ ਗਈ ਨਹੀਂ। ਕਿਉਂਕਿ ਸਭ ਨੂੰ ਹੀ ਉਸ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਾਇਆ ਗਿਆ। ਇਹ ਮਰਜ਼ਾਦਾ ਜਿਹੜੀ ਸੀ ਸਾਰਿਆਂ ਨੂੰ ਹੀ ਬਹੁਤ ਪਿਆਰ ਦੇ ਨਾਲ, ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਆਪਣੇ ਦਿਲਾਂ ਦੇ ਅੰਦਰ ਅਪਣਾਈ ਸੀਗੀ। ਇਹੋ ਹੀ ਮਰਜ਼ਾਦਾ ਫਿਰ ਅੱਗੇ ਚੱਲਦੇ ਕਲਗੀਧਰ ਮਰਾ ਤੱਕ ਰਹੀ ਆ। ਅਤੇ ਕਲਗੀਧਰ ਤੋਂ ਬਾਅਦ ਵੀ ਖਾਲਸਾ ਦਾ ਜਦੋਂ ਰਾਜ ਬਾਬਾ ਜੀ ਦੇ ਟਾਈਮ ਦੇ ਵਿੱਚ ਜਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜਾਂ ਜਿੰਨੇ ਵੀ ਸਿੰਘ ਸੂਰਮੇ ਯੋਧੇ ਹੋਏ ਆ ਉਹ ਇਸ ਮਰਜ਼ਾਦਾ ਨੂੰ ਅਪਣਾਉਂਦੇ ਰਹੇ ਆ। ਇਹ ਮਰਜ਼ਾਦਾ ਜਿਹੜੀ ਸੀ ਇਸੇ ਤਰ੍ਹਾਂ ਹੀ ਚੱਲਦੀ ਰਹੀ ਆ। ਆਪਾਂ ਇਹ ਵੀ ਦੇਖਦੇ ਹਾਂ ਕਿ ਮੁਸਲਮਾਨ ਧਰਮਾਂ ਦੇ ਅੰਦਰ ਵੀ ਚਾਹੇ ਉਹ ਨਵਾਜ਼ ਦੀ ਕੋਈ ਵੀ ਗੱਲ ਕਰਦੇ ਆ ਜਾਂ ਨਵਾਜ਼ ਪੜ੍ਹਦੇ ਆ, ਉਸ ਟਾਈਮ ਵੀ ਉਹ ਆਪਣੇ ਧਰਮ ਦੇ ਅਨੁਸਾਰ ਆਪਣੇ ਹੀ ਕਾਨੂੰਨ ਦੀ ਜਿਹੜੀ ਮਰਜ਼ਾਦਾ ਹੈਗੀ ਆ ਉਹਨੂੰ ਉਸੇ ਤਰ੍ਹਾਂ ਚਲਾਉਂਦੇ ਆ। ਅੱਜ ਵੀ ਆਪਾਂ ਅਰਬ ਦੇਸ਼ਾਂ 'ਚ ਦੇਖਦੇ ਹਾਂ ਕਿ ਜਿਹੜੇ ਸ਼ੇਖ ਆ ਉਹਨਾਂ ਦੀਆਂ ਮਜਲਿਸਾਂ ਦੇ ਵਿੱਚ ਆਪਾਂ ਜਦੋਂ ਤੱਕਦੇ ਹਾਂ ਉੱਥੇ ਕੋਈ ਵੀ ਮੇਜ਼ ਕੁਰਸੀਆਂ ਨਹੀਂ ਲੱਗੀਆਂ ਹੁੰਦੀਆਂ। ਕਿਉਂ? ਅੱਜ ਵੀ ਉਹ ਲੋਕੀ ਉਹ ਪੁਰਾਣੀ ਮਰਜ਼ਾਦਾ ਜਿਹੜੀ ਥੱਲੇ ਦਲੀਚੇ ਵਿਛਾ ਕੇ ਅਤੇ ਵੱਡੇ ਢੋਹ ਵਾਲੇ ਸਰਾਣੇ ਰੱਖ ਕੇ ਬੈਠ ਕੇ ਮਜਲਿਸ ਦੇ ਵਿੱਚ ਆਏ ਗਏ ਮਹਿਮਾਨਾਂ ਦੇ ਨਾਲ ਜਲ ਪਾਣੀ ਛਕਦੇ ਆ ਅਤੇ ਉੱਥੇ ਹੀ ਸਭ ਦੀ ਵਿਚਾਰ ਕਰਦੇ ਆ। ਪਰ ਆਪਾਂ ਜਿਉਂ ਸਮਾਂ ਲੰਘਦਾ ਗਿਆ ਹੈ ਨਾ, ਇਸ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਹ ਜਿਹੜੀ ਮਰਜ਼ਾਦਾ ਸੀਗੀ ਇਹਦੇ ਵਿੱਚ ਕਾਫੀ ਤਬਦੀਲੀ ਆਉਂਦੀ ਗਈ ਆ। ਕਿਉਂਕਿ ਇਸ ਮਰਜ਼ਾਦਾ ਦੇ ਅੰਦਰ ਪੱਛਮ ਦਾ ਜ਼ਿਆਦਾ ਜਿਹੜਾ ਹੈ ਉਹ ਜ਼ੋਰ ਹੈ। ਕਿਉਂ? ਪੱਛਮ ਦੀ ਜਿੰਨੀ ਵੀ ਸਭਿਅਤਾ ਹੈਗੀ ਆ ਉਹਨੂੰ ਅਸੀਂ ਆਪਣੇ ਧਰਮ ਦੇ ਅੰਦਰ ਸ਼ਾਮਿਲ ਕਰ ਲਿਆ ਹੈਗਾ। ਜਿਉਂ ਕਹਿ ਲਓ ਕਿ ਧਰਮ ਦੇ ਜਿਹੜੇ ਕਾਨੂੰਨ ਹੈ ਇਹ ਪੂਰੇ ਹੁੰਦੇ ਆ ਅਤੇ ਜਿਵੇਂ ਕੁਦਰਤੀ ਕਾਨੂੰਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵੀ ਆਦਮੀ ਦਖਲ ਨਹੀਂ ਦੇ ਸਕਦਾ, ਉਹ ਕਾਨੂੰਨ ਆਪਣੇ ਆਪ ਦੇ ਵਿੱਚ ਹੀ ਬਣਦੇ ਆ ਅਤੇ ਸਦਾ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਆ। ਇਸ ਤਰ੍ਹਾਂ ਪੂਰੇ ਧਰਮਾਂ ਦੇ ਕਾਨੂੰਨ ਜੋ ਉਹਨਾਂ ਮਹਾਂਪੁਰਸ਼ਾਂ ਜਾਂ ਰਹਿਬਰਾਂ ਵੱਲੋਂ ਬਣਾਏ ਜਾਂਦੇ ਆ, ਇਹਨਾਂ ਦੇ ਅੰਦਰ ਵੀ ਕੋਈ ਆਦਮੀ ਆਪਣੀ ਮਰਜ਼ੀ ਦੇ ਅਨੁਸਾਰ ਕਿਸੇ ਵੀ ਕਾਨੂੰਨ ਦੇ ਵਿੱਚ ਅਦਲਾ ਬਦਲੀ ਨਹੀਂ ਕਰ ਸਕਦਾ। ਪਰ ਅਸੀਂ ਜ਼ਿਆਦਾਤਰ ਅੱਜ ਸਿੱਖੀ ਦੇ ਵਿੱਚ ਦੇਖਦੇ ਹਾਂ ਕਿ ਚਾਹੇ ਸੰਗਤ ਹੋਵੇ ਚਾਹੇ ਗੁਰੂ ਕਾ ਲੰਗਰ ਹੋਵੇ, ਉੱਥੇ ਆਮ ਤੌਰ 'ਤੇ ਜ਼ਿਆਦਾ ਕੁਰਸੀ ਨੇ ਜਗ੍ਹਾ ਮੱਲ ਲਈ ਆ। ਪਰ ਜਿਹੜੀ ਕੁਰਸੀ ਆ, ਟੇਬਲ ਹੈਗਾ, ਇਹਨਾਂ ਦੀ ਜਗ੍ਹਾ ਮੱਲਣ ਦੇ ਨਾਲ ਜਿੱਥੇ ਕੌਮ ਦਾ ਬਹੁਤ ਭਾਰਾ ਨੁਕਸਾਨ ਹੁੰਦਾ, ਉੱਥੇ ਅਸੀਂ ਆਪਣੀ ਜਿਹੜੀ ਪੁਰਾਣੀ ਮਰਜ਼ਾਦਾ ਹਨ ਉਹਦੀਆਂ ਵੀ ਧੱਜੀਆਂ ਉਸੇ ਹੀ ਹਿਸਾਬ ਦੇ ਨਾਲ ਸਹਿਜ ਦੇ ਵਿੱਚ ਉਡਾ ਦਿੱਤੀਆਂ। ਕਿਉਂਕਿ ਇਹਦੀ ਜਿਹੜੀ ਮੇਨ ਪ੍ਰੋਬਲਮ ਜਾਂ ਜਿਹੜੀ ਮੇਨ ਸਮੱਸਿਆ ਹਨ ਉਹ ਇਹ ਦੱਸੀ ਜਾਂਦੀ ਆ ਕਿ ਸਾਡੇ ਜਿਹੜੇ ਖਾਸ ਕਰਕੇ ਜੋੜਾਂ ਦਾ ਦਰਦ ਵਾ ਹਨ ਉਹ ਸਾਨੂੰ ਬੈਠਣ ਲਈ ਮਜਬੂਰ ਕਰਦਾ ਹੈ ਕੁਰਸੀਆਂ ਦੇ ਉੱਤੇ। ਦਰਅਸਲ ਗੁਰੂ ਘਰ ਦੇ ਅੰਦਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਗੁਰੂ ਘਰ ਦੇ ਜਿਹੜੇ ਕਾਨੂੰਨ ਆ ਨਾ ਉਹ ਸਭ ਲਈ ਸਾਂਝੇ ਆ ਅਤੇ ਸਾਰੇ ਹੀ ਅਗਰ ਉਹਨੂੰ ਇਸੇ ਢੰਗ ਨਾਲ ਅਪਣਾਉਣਗੇ, ਇਹ ਜਿਹੜੀ ਸਮੱਸਿਆ ਹੈ ਨਾ, ਇਹ ਸਮੱਸਿਆ ਕੋਈ ਐਡੀ ਵੱਡੀ ਸਮੱਸਿਆ ਨਹੀਂ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਗੁਰੂ ਦੀ ਗੱਲ ਨੂੰ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਮੰਨਣਾ ਹੈਗਾ। ਜਿਵੇਂ ਅਸੀਂ ਦੇਖਦੇ ਹਾਂ ਕਿ ਬੰਦਗੀ ਦੇ ਅੰਦਰ ਹਨ ਜਾਂ ਧਰਮ ਦੇ ਅੰਦਰ ਸਭ ਤੋਂ ਜਿਹੜਾ ਵੱਡੀ ਚੀਜ਼ ਆ ਉਹ ਹੁੰਦਾ ਹੈ ਆਸਣ। ਜਿਵੇਂ ਸਿੱਧਾਂ ਨੇ 84 ਆਸਣ ਲਾਏ ਆ, ਇਹਨਾਂ 84 ਆਸਣਾਂ ਦੇ ਵਿੱਚ ਨਾ ਪ੍ਰਮੁੱਖ ਜਿਹੜਾ ਆਸਣ ਹੈਗਾ ਉਹ ਹੈ ਤੁਸੀਂ ਚੌਂਕੜਾ ਮਾਰਨਾ। ਕਿਉਂ? ਚੌਂਕੜਾ ਜਿਹੜਾ ਹੈ ਨਾ ਇਹ ਸਭ ਤੋਂ ਪ੍ਰਮੁੱਖ ਆਸਣ ਮੰਨਿਆ ਗਿਆ। ਜਿਵੇਂ ਆਪਾਂ ਗੁਰਬਾਣੀ ਦੇ ਅੰਦਰ ਇਸ ਸ਼ਬਦ ਦੀ ਵਿਚਾਰ ਜਾਂ ਇਹ ਸ਼ਬਦ ਦੇ ਦਰਸ਼ਨ ਕਰਦੇ ਹਾਂ ਕਿ ਦੇਖੋ ਵਾਹਿਗੁਰੂ ਜੀ ਨੇ ਪੂਰਾ ਬ੍ਰਹਿਮੰਡ ਬਣਾ ਕੇ, ਸਾਜ ਕੇ, ਕੁਦਰਤ ਬਣਾ ਕੇ, 84 ਲੱਖ ਜੂਨੀਆਂ ਬਣਾ ਕੇ ਉਹਦੇ ਵਿੱਚ ਪਰਮੇਸ਼ਰ ਆਪਣਾ ਚੌਂਕੜਾ ਮਾਰ ਕੇ ਪੂਰੇ ਆਨੰਦ ਦੇ ਵਿੱਚ ਬੈਠਾ ਹੋਇਆ ਆਪਣੀ ਰਚਨਾ ਨੂੰ ਖੁਦ ਦੇਖ ਰਿਹਾ ਹੈਗਾ। ਇਸੇ ਕਰਕੇ ਪਰਮੇਸ਼ਰ ਨੂੰ ਬੀਠਲ ਆਖਦੇ ਆ। ਸੋ ਗੁਰਬਾਣੀ ਦਾ ਭਾਵ ਹੈਗਾ ਕਿ ਬੰਦਗੀ ਦਾ ਜਿਹੜਾ ਪਹਿਲਾ ਨਿਯਮ ਕਾਨੂੰਨ ਹੈ ਉਹ ਹੈ ਚੌਂਕੜਾ। ਸੋ ਜਿਹੜਾ ਚੌਂਕੜਾ ਹੈ ਨਾ ਇਹਦਾ ਭਾਵ ਕੀ ਹੁੰਦਾ ਹੈ? ਜਿਵੇਂ 84 ਲੱਖ ਸਿੱਧਾਂ ਨੇ ਚੌਂਕੜੇ ਲਾਏ ਆ, ਪਰ ਸਭ ਤੋਂ ਸਰਲ ਅਤੇ ਸਭ ਤੋਂ ਸੌਖਾ ਜਿਹੜਾ ਤਰੀਕਾ ਹੈ ਇਹ ਗੁਰੂ ਘਰ ਦੇ ਅੰਦਰ ਆਇਆ ਹੈ। ਇਸ ਕਰਕੇ ਸਭ ਤੋਂ ਜਿਹੜੀ ਪਹਿਲੀ ਗੱਲ ਹੈ ਨਾ ਇਹ ਚੌਂਕੜਾ ਹੈਗਾ। ਸੋ ਚੌਂਕੜੇ ਦੇ ਨਾਲ ਕੀ ਹੈ? ਪਹਿਲੀ ਤਾਂ ਗੱਲ ਇਹ ਹੁੰਦੀ ਹੈ ਕਿ ਜਿਹੜੀ ਮਨ ਦੀ ਇਕਾਗਰਤਾ, ਜਿਹੜੇ ਗੁਰਸਿੱਖ ਚੌਂਕੜਾ ਲਾ ਕੇ ਲੰਗਰ ਦੇ ਵਿੱਚ ਵੀ ਔਰ ਸੰਗਤ ਦੇ ਵਿੱਚ ਵੀ ਬੈਠਦੇ ਆ, ਉਹਨਾਂ ਦੀ ਮਨ ਦੀ ਇਕਾਗਰਤਾ ਸਭ ਤੋਂ ਜਲਦੀ ਬਣ ਜਾਂਦੀ ਹੈ। ਮਨ ਦਾ ਟਿਕਾ ਸਭ ਤੋਂ ਜਲਦੀ ਬਣਦਾ ਹੈਗਾ। ਦੂਸਰਾ ਕੀ ਹੁੰਦਾ? ਦੂਸਰਾ ਇਹ ਹੁੰਦਾ ਕਿ ਜਿਹੜੇ ਸਾਡੇ ਨਾ ਸਵਾਸ ਹੈਗੇ ਆ, ਇਹਦੀ ਕਿਰਿਆ ਚੌਂਕੜਾ ਲਾਉਣ ਦੇ ਨਾਲ ਬੜੀ ਧੀਮੀ ਚੱਲਦੀ ਆ। ਜਿਵੇਂ ਗੁਰਬਾਣੀ ਦਾ ਫਰਮਾਨ ਕਿ ਬੈਠਤ 12 ਚਲਤ 18 ਸੋਏ ਜਾਗੇ 30
ਮੈਥਨ ਕਰਤਾ ਪੈਂਟਸ ਗਿਆ, ਕਿਉਂ ਨਾ ਭਜੇ ਜਗਦੀਸ਼। ਭਾਵ ਕੀ ਹੈ ਕਿ ਬੈਠਣ ਦੇ ਨਾਲ ਚੌਂਕੜੇ ਦੀ ਜਿਹੜੀ ਸਾਹ ਲੈਣ ਦੀ ਕਿਰਿਆ ਹੈ ਇਹ ਸਭ ਤੋਂ ਧੀਮੀ ਚੱਲਦੀ ਹੈ, ਅਤੇ ਧੀਮੀ ਹੋਣ ਦੇ ਨਾਲ ਇਸ ਸਰੀਰ ਦਾ ਜਿਹੜਾ ਆਰਾਮ ਹੈ, ਜਿਹੜਾ ਬੈਲੈਂਸ ਵਾ, ਜਿਹੜਾ ਟਿਕਾਅ ਨਾ, ਉਹ ਬਹੁਤ ਛੇਤੀ ਬਣਦਾ ਹੈਗਾ। ਫਿਰ ਅੱਗੇ ਕੀ ਹੁੰਦਾ ਕਿ ਚੌਂਕੜਾ ਲਾਉਣ ਦੇ ਨਾਲ ਜਿਹੜੀ ਊਚ ਨੀਚ ਦੀ ਭਿੰਨਤਾ ਹੈ ਨਾ, ਇਹ ਸਦਾ ਵਾਸਤੇ ਗੁਰੂ ਘਰ ਦੇ ਵਿੱਚ ਖਤਮ ਕਰ ਦਿੱਤੀ ਆ। ਕਿਉਂ, ਜਦੋਂ ਅਸੀਂ ਚੌਂਕੜਾ ਲਾ ਕੇ ਬੈਠਾਂਗੇ, ਚੌਂਕੜਾ ਲਾਉਣ ਦੇ ਨਾਲ ਸਾਡੀ ਜਿਹੜੀ ਜਾਤ ਪਾਤ ਵਾ ਜਾਂ ਸਾਡਾ ਉੱਚਾ ਨੀਵਾਂ ਹੋ ਕੇ ਬੈਠਣਾ, ਇਹ ਵੀ ਇੱਕ ਕਿਸਮ ਦਾ ਜਿਹੜਾ ਜ਼ਹਿਰ ਸੀਗਾ ਜਾਂ ਕੋੜ ਸੀਗਾ ਪਿਛਲੇ ਸਮੇਂ ਤੋਂ ਚੱਲਦਾ। ਗੁਰੂ ਸਾਹਿਬ ਨੇ ਸਭ ਨੂੰ ਸੰਗਤ ਦੇ ਵਿੱਚ ਬਰਾਬਰ ਬਿਠਾ ਕੇ, ਪੰਗਤ ਦੇ ਵਿੱਚ ਬਰਾਬਰ ਬਿਠਾ ਕੇ ਇਹ ਊਚ ਨੀਚਤਾ ਦਾ ਜਿਹੜਾ ਭਿੰਨ ਭੇਦ ਸੀਗਾ ਹੈ ਨਾ, ਇਹ ਸਾਰਾ ਹੀ ਦੂਰ ਕਰ ਦਿੱਤਾ ਸੀਗਾ। ਤੀਸਰਾ ਕੀ ਹੁੰਦਾ ਕਿ ਆਪਾਂ ਜਿਵੇਂ ਦੇਖਦੇ ਹਾਂ ਕਿ ਜਿਹੜੇ ਇਨਸਾਨ ਜਾਂ ਗੁਰਸਿੱਖ ਚੌਂਕੜਾ ਲਾ ਕੇ ਭੋਜਨ ਛਕਦੇ ਆ, ਉਹਨਾਂ ਦੇ ਭੋਜਨ ਦਾ ਜਿਹੜਾ ਸਵਾਦ ਵਾ ਹੈ ਨਾ, ਉਹ ਚੱਖਣ ਦੇ ਵਿੱਚ ਬੈਠਣ ਦੇ ਨਾਲੋਂ ਉਹਦੇ ਵਿੱਚ ਰਸ ਜ਼ਿਆਦਾ ਵੱਧ ਜਾਂਦਾ ਹੈਗਾ। ਇਹ ਇੱਕ ਬੜੇ ਕਮਾਲ ਦੀ ਗੱਲ ਹੈ। ਕਿਉਂਕਿ ਦੇਖੋ, ਜਿਵੇਂ ਹੈ ਨਾ, ਕੋਈ ਬੱਚਾ ਹੈਗਾ, ਇੱਕ ਬੱਚਾ ਦੂਰ ਬੈਠ ਕੇ ਉਹ ਆਪਣੇ ਮਾਤਾ ਪਿਤਾ ਤੋਂ ਉਹ ਆਪਣਾ ਲੰਗਰ ਪਾਣੀ ਛਕ ਰਿਹਾ ਹੈਗਾ, ਅਤੇ ਇੱਕ ਬੱਚਾ ਜਿਹੜਾ ਮਾਂ ਦੀ ਗੋਦ ਦੇ ਵਿੱਚ ਬੈਠਾ ਆਪਣੀ ਮਾਂ ਦਾ ਦੁੱਧ ਪੀ ਰਿਹਾ ਹੈਗਾ। ਲੇਕਿਨ ਹੁਣ ਦੋਨਾਂ ਦੇ ਵਿੱਚ ਫਰਕ ਹੈ। ਜਿਹੜਾ ਬੱਚਾ ਦੂਰ ਬੈਠਾ ਹੈਗਾ, ਜਾਂ ਕਿਸੇ ਫੱਟੇ 'ਤੇ ਕਹਿ ਲਓ ਜਾਂ ਕਿਸੇ ਹੋਰ 'ਤੇ ਕਹਿ ਲਓ, ਲੇਕਿਨ ਜਿਹੜਾ ਬੱਚਾ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠਾ ਖਾਣਾ ਖਾਣ ਜਾਂ ਦੁੱਧ ਪੀਣ ਦਾ ਆਨੰਦ ਮਾਣ ਰਿਹਾ ਹੈਗਾ, ਉਹਨਾਂ ਦਾ ਫਰਕ ਜਿਹੜਾ ਅੰਤਰ ਵਾ ਉਹ ਇਸੇ ਤਰ੍ਹਾਂ ਹੀ ਹੈ। ਜਿਵੇਂ ਕੋਈ ਸੱਜਣ ਜਿਹੜੇ ਹੈ ਉਹ ਕੁਰਸੀ 'ਤੇ ਬੈਠ ਕੇ ਸੰਗਤ ਦੇ ਵਿੱਚ ਜਾਂ ਲੰਗਰ ਦੇ ਵਿੱਚ, ਜਾਂ ਉਹ ਸੱਜਣ ਜਿਹੜੇ ਚੌਂਕੜਾ ਮਾਰ ਕੇ ਸੰਗਤ ਦੇ ਵਿੱਚ ਤਾਂ ਲੰਗਰ ਦੇ ਵਿੱਚ ਇਸ ਨਿਯਮ ਦੀ ਪਾਲਣਾ ਕਰਦੇ ਆ, ਉਹ ਇਹ ਖੁਦ ਜਾਣਗੇ ਕਿ ਉਹਨਾਂ ਦੇ ਅੰਦਰ ਦਾ ਜਿਹੜਾ ਰਸ ਵਾ ਨਾ, ਉਹਦੇ ਵਿੱਚ ਕਿੰਨਾ ਫਰਕ ਆ ਜਾਂਦਾ ਹੈਗਾ। ਇਸੇ ਤਰ੍ਹਾਂ ਜਦੋਂ ਆਪਾਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਜਦੋਂ ਬਹੁਤ ਪਿਆਰ ਦੇ ਨਾਲ ਬੀਬੀ ਜੀ ਇਹਨਾਂ ਨੂੰ ਉਡੀਕਦੇ ਹੁੰਦੇ ਸੀਗੇ, ਤਾਂ ਗੁਰੂ ਨਾਨਕ ਸਾਹਿਬ ਜਦੋਂ ਬੀਬੀ ਨਾਨਕੀ ਕੋਲ ਪਹੁੰਚਦੇ ਸੀਗੇ, ਤਾਂ ਬੀਬੀ ਨਾਨਕੀ ਜਦੋਂ ਪ੍ਰੀਤੀ ਭੋਜਨ ਗੁਰੂ ਨਾਨਕ ਸਾਹਿਬ ਨੂੰ ਛਕਾਉਂਦੇ ਹੁੰਦੇ ਸੀਗੇ, ਤਾਂ ਕਦੀ ਵੀ ਉਹ ਗੁਰੂ ਨਾਨਕ ਸਾਹਿਬ ਨੇ ਉਹ ਭੋਜਨ ਬੀਬੀ ਜੀ ਦੇ ਹੱਥੋਂ ਕਿਸੇ ਵੀ ਮੰਜੇ ਉੱਤੇ, ਕਿਸੇ ਵੀ ਟੇਬਲ 'ਤੇ ਬੈਠ ਕੇ ਜਾਂ ਕੁਰਸੀ 'ਤੇ ਬੈਠ ਕੇ ਨਹੀਂ ਛਕਿਆ। ਹਮੇਸ਼ਾ ਹੀ ਚੌਂਕੜਾ ਲਾ ਕੇ ਸਤਿਕਾਰ ਦੇ ਵਿੱਚ ਬੀਬੀ ਜੀ ਦੇ ਅੱਗੇ ਬੈਠ ਕੇ ਪ੍ਰੇਮ ਨਾਲ ਭੋਜਨ ਛਕਦੇ ਸੀ। ਕਿਉਂਕਿ ਧਰਮ ਦੇ ਅੰਦਰ ਜਿਹੜਾ ਭੋਜਨ ਹੈ ਇਹ ਇਕੱਲਾ ਭੋਜਨ ਹੀ ਰਹਿ ਜਾਂਦਾ, ਇਹਦੇ ਨਾਲ ਪ੍ਰੀਤ ਬਣ ਜਾਂਦੀ ਹੈਗੀ ਆ। ਜਦੋਂ ਅਸੀਂ ਚੌਂਕੜਾ ਮਾਰ ਕੇ ਭੋਜਨ ਛਕਦੇ ਹਾਂ, ਕੁਦਰਤੀ ਇਹਦੇ ਨਾਲ ਅੰਦਰ ਨਿਮਰਤਾ ਵੀ ਆ ਜਾਂਦੀ ਆ, ਪਿਆਰ ਵੀ ਆ ਜਾਂਦਾ, ਸਤਿਕਾਰ ਵੀ ਆ ਜਾਂਦਾ, ਅਤੇ ਨਿਰਮਲ ਭੈ ਦਾ ਜਿਹੜਾ ਨਾ ਭਾਵ ਆ ਇਹ ਵੀ ਬਣਿਆ ਰਹਿੰਦਾ ਹੈਗਾ। ਔਰ ਥੋੜ੍ਹਾ ਜਿਹਾ ਆਪਾਂ ਹੈ ਨਾ, ਅਗਰ ਥੋੜ੍ਹੀ ਸਾਇੰਸ ਦੀ ਵੀ ਗੱਲ ਕਰਦੇ ਹਾਂ, ਆਪਾਂ ਦੇਖਦੇ ਹਾਂ ਵੀ ਜਿਹੜੀ ਧਰਤੀ ਦੀ ਗੁਰੁੱਤਾ ਸ਼ਕਤੀ ਹੈ ਨਾ, ਇਹਦਾ ਵੀ ਪ੍ਰਭਾਵ ਜਿਹੜਾ ਹੈ ਨਾ ਇਨਸਾਨ ਦੇ ਉੱਤੇ ਪੈਂਦਾ। ਜਦੋਂ ਆਪਾਂ ਕੋਈ ਵਿਗਿਆਨਕ ਕਾਰਨ ਦੇਖਦੇ ਹਾਂ, ਆਪਾਂ ਕੀ ਦੇਖਦੇ ਹਾਂ ਕਿ ਅਗਰ ਕੋਈ ਚੀਜ਼ ਹੈ ਨਾ ਉੱਚੀ ਸਿੱਟੀ ਜਾਵੇ, ਉੱਪਰਲੀ ਕਾਫੀ ਦੂਰੀ ਤੋਂ ਥੱਲੇ ਸਿੱਟਦੇ ਆ ਉਸ ਚੀਜ਼ ਨੂੰ, ਉਹ ਚੀਜ਼ ਦਾ ਜਿੰਨਾ ਵੇਟ ਵਾ ਜਾਂ ਜਿੰਨਾ ਵਜ਼ਨ ਹੁੰਦਾ, ਉਹਦੇ ਨਾਲ ਉਹਦੀ ਸਪੀਡ ਵੀ ਬਣ ਜਾਂਦੀ ਆ, ਅਤੇ ਉਹ ਜਿਹੜੀ ਚੀਜ਼ ਹੈਗੀ ਆ ਉਹ ਓਨੀ ਹੀ ਵਸਤੂ ਜਿਹੜੀ ਉਹ ਧਰਤੀ ਦੇ ਉੱਤੇ ਜ਼ੋਰ ਦੇ ਨਾਲ ਡਿੱਗਦੀ ਆ। ਪਰ ਜਿਹੜੀ ਵਸਤੂ ਧਰਤੀ ਦੇ ਨਾਲੋਂ ਜਿਹੜੀ ਆਪਾਂ ਘੱਟ ਦੂਰੀ ਤੋਂ ਛੱਡਦੇ ਆ, ਉਹਦੀ ਜਿਹੜਾ ਵਜ਼ਨ ਭਾਵੇਂ ਜ਼ਿਆਦਾ ਹੁੰਦਾ, ਪਰ ਉਹ ਚੀਜ਼ ਜਿਹੜੀ ਹੈ ਉਹ ਗੁਰੁੱਤਾ ਸ਼ਕਤੀ ਜਿਹੜੀ ਹੈ ਉਹਨੂੰ ਉਸ ਸਪੀਡ ਨਾਲੋਂ ਘੱਟ ਸਪੀਡ ਦੇ ਵਿੱਚ ਆਪਣੇ ਵੱਲ ਖਿੱਚਦੀ ਹੈ। ਇਹ ਜਿਹੜੇ ਹਨ ਨਾ ਸਾਇੰਸ ਦੇ ਭੇਦ ਆ, ਇਹ ਵੀ ਆਪਾਂ ਦੇਖਦੇ ਹਾਂ। ਜਿਵੇਂ ਆਪਾਂ ਡੈਮ ਹੈਗੇ ਆ ਜਾਂ ਜਿਨ੍ਹਾਂ ਨਾਲ ਆਪਾਂ ਬਿਜਲੀ ਪਾਣੀ ਨਾਲ ਰੋਕ ਕੇ ਕਰਦੇ ਹਾਂ, ਆਪਾਂ ਇਹ ਵੀ ਦੇਖਦੇ ਹਾਂ ਕਿ ਡੈਮਾਂ ਦੇ ਦਰਵਾਜ਼ੇ ਬਹੁਤ ਉੱਚੇ ਰੱਖੇ ਹੁੰਦੇ ਤਾਂ ਜੋ ਪਾਣੀ ਦੀ ਸਪੀਡ ਵਧੇ ਤਾਂ ਥੱਲੇ ਜਿਹੜੇ ਜਨਰੇਟਰ ਚੱਲਦੇ ਆ ਉਹਨਾਂ ਦੀ ਗਤੀ ਦੇ ਵਿੱਚ ਵਾਧਾ ਹੋ ਸਕੇ। ਅਗਰ ਇਹੋ ਹੀ ਜਿਹੜੇ ਡੈਮਾਂ ਦੇ ਦਰਵਾਜ਼ੇ ਥੱਲੇ ਰੱਖੇ ਜਾਣ ਅਤੇ ਪਾਣੀ ਦੀ ਗਤੀ ਜਿਹੜੀ ਉਹ ਘੱਟ ਜਾਂਦੀ ਅਤੇ ਸਪੀਡ ਵੀ ਇਹਦੇ ਨਾਲ ਫਿਰ ਘੱਟ ਜਾਂਦੀ ਆ। ਇਹ ਸਾਰੇ ਜਿਹੜੇ ਕਾਇਦੇ ਕਾਨੂੰਨ ਆ, ਇਹਨਾਂ ਚੀਜ਼ਾਂ ਨੂੰ ਰੱਖ ਕੇ ਸਾਡੇ ਜਿਹੜੇ ਵਿਗਿਆਨੀ ਆ ਉਸੇ ਤਰ੍ਹਾਂ ਕੰਮ ਕਰਦੇ ਆ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਆ ਚੌਂਕੜਾ ਲਾ ਕੇ ਬੈਠਦੇ ਆ, ਉਹਨਾਂ ਨੂੰ ਪਤਾ ਹੈਗਾ ਕਿ ਜਿਹੜੀ ਧਰਤੀ ਦੀ ਗੁਰੁੱਤਾ ਸ਼ਕਤੀ ਹੈ ਨਾ, ਉਸ ਇਨਸਾਨ ਦੇ ਉੱਤੇ ਓਨਾ ਅਸਰ ਨਹੀਂ ਕਰਦੀ ਜਿਹੜੇ ਇਨਸਾਨ ਚੌਂਕੜਾ ਮਾਰ ਕੇ ਬਹਿੰਦੇ ਆ। ਕਿਉਂਕਿ ਅੱਜ ਕੱਲ੍ਹ ਦੇਖਿਆ ਗਿਆ, ਜਦ ਵਿਗਿਆਨ ਦੀ ਇਸ ਤਰੱਕੀ ਦੇ ਵਿੱਚ ਆਪਾਂ ਦੇਖਦੇ ਹਾਂ, ਵਿਗਿਆਨ ਨੇ ਇਹ ਵੀ ਸਿੱਧ ਕੀਤਾ ਹੈਗਾ ਕਿ ਜਿੱਥੇ ਧਰਤੀ ਹਰੇਕ ਉੱਪਰਲੀ ਕਿਸੇ ਵਸਤੂ ਨੂੰ ਆਪਣੇ ਵੱਲ ਖਿੱਚਦੀ ਆ, ਉੱਥੇ ਇਨਸਾਨ ਦੀਆਂ ਜਿਹੜੀਆਂ ਮਨ ਇੰਦਰੀਆਂ ਦੀਆਂ ਸ਼ਕਤੀਆਂ ਹਨ ਉਹਨੂੰ ਵੀ ਆਪਣੇ ਵੱਲ ਖਿੱਚਦੀ ਆ। ਪਰ ਅਗਰ ਇਨਸਾਨ ਜਿੰਨਾ ਧਰਤੀ ਤੋਂ ਦੂਰੀ 'ਤੇ ਉੱਪਰ ਹੋਏਗਾ, ਉਹ ਜਿਹੜੀਆਂ ਇੰਦਰੀਆਂ ਦੀਆਂ ਮਨ ਸ਼ਕਤੀਆਂ ਜਿਹੜੀਆਂ ਹੈ ਉਹ ਜ਼ਿਆਦਾ ਖਿੱਚੀਆਂ ਜਾਂਦੀਆਂ, ਜਿਹਦੇ ਨਾਲ ਸਰੀਰ ਦੇ ਅੰਦਰ ਜਿਹੜੀਆਂ ਉਹ ਕਿਰਿਆਵਾਂ ਹੁੰਦੀਆਂ ਉਹਨਾਂ ਦੇ ਵਿੱਚ ਇਨਸਾਨ ਦੀ ਬਿਰਤੀ ਜ਼ਿਆਦਾ ਉਖੜਦੀ ਆ। ਪਰ ਜਦੋਂ ਅਸੀਂ ਚੌਂਕੜਾ ਲਾ ਕੇ ਬੈਠਦੇ ਆ
ਤੇ ਧਰਤੀ ਦੀ ਗੁਰੂਤਾ ਸ਼ਕਤੀ ਦਾ ਅਸਰ ਜਿਹੜਾ ਹੈਗਾ ਇਹ ਮਨ ਇੰਦਰੀਆਂ ਦੇ ਉੱਤੇ ਬਹੁਤ ਘੱਟ ਪੈਂਦਾ ਹੈਗਾ, ਜਿਹਦੇ ਕਰਕੇ ਇਹ ਜਿਹੜੀ ਗੜਬੜ ਅੰਦਰ ਚੱਲਦੀ ਹੈ ਜਾਂ ਜੋ ਮਨ ਦੇ ਭਾਵ ਚੱਲਦੇ ਆ ਜਾਂ ਅੰਦਰ ਜੋ ਖੜਾਓ ਬਣਦਾ ਹੈਗਾ ਇਹ ਫਿਰ ਬਹੁਤ ਘੱਟ ਬਣਦਾ ਹੈ। ਭਾਵ ਕਿ ਬੜੇ ਘੱਟ ਜਿਹੜੇ ਹੈ ਨਾ ਇਹ ਫੁਰਨੇ ਆ, ਇਹ ਸਾਨੂੰ ਫੁਰਦੇ ਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਹੈ ਨਾ ਥੱਲੇ ਚੌਂਕੜਾ ਮਾਰ ਕੇ ਬੈਠਦੇ ਹਾਂ, ਚੌਂਕੜਾ ਮਾਰ ਕੇ ਚਾਹੇ ਅਸੀਂ ਸੰਗਤ ਦੇ ਵਿੱਚ ਬਹਿੰਦੇ ਹਾਂ ਚਾਹੇ ਲੰਗਰ ਦੇ ਵਿੱਚ ਬਹਿੰਦੇ ਹਾਂ, ਕੁਦਰਤੀ ਚੌਂਕੜਾ ਲਾਉਣ ਦੇ ਨਾਲ ਹੈ ਨਾ ਖੁਸ਼ੀ ਆਨੰਦ ਅਤੇ ਖੇੜੇ ਦੀ ਜਿਹੜੀ ਹੈ ਨਾ ਬਿਸਮਾਤ ਦਸ਼ਾ ਹੈਗੀ ਆ ਇਹ ਅੰਦਰ ਜ਼ਿਆਦਾ ਵੱਧ ਜਾਂਦੀ ਆ। ਭਾਵ ਕੀ ਆ ਵਾਹਿਗੁਰੂ ਦੇ ਜਿਹੜੇ ਕਾਨੂੰਨ ਆ ਨਾ ਜਾਂ ਕੁਦਰਤੀ ਕਾਨੂੰਨ ਹੈਗੇ ਆ ਉਹ ਇਸ ਹਾਲਤ ਦੇ ਵਿੱਚ ਉਸ ਗੁਰਸਿੱਖ ਦੀ ਜ਼ਿਆਦਾ ਸਹਾਇਤਾ ਕਰਦੇ ਆ। ਆਪਾਂ ਇਹ ਵੀ ਦੇਖਦੇ ਹਾਂ ਕਿ ਵਾਹਿਗੁਰੂ ਦੀ ਜਿਹੜੀ ਕਿਰਪਾ ਹੈ ਨਾ ਉਹਨਾਂ ਗੁਰਸਿੱਖਾਂ 'ਤੇ ਜ਼ਿਆਦਾ ਹੁੰਦੀ ਆ ਜਿਹੜੇ ਇਹਨਾਂ ਕਾਨੂੰਨਾਂ ਨੂੰ ਆਪਣੇ ਜੀਵਨ ਦੇ ਵਿੱਚ ਨਿਭਾਉਂਦੇ ਆ। ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਗੁਰਸਿੱਖ ਚੌਂਕੜਾ ਮਾਰ ਕੇ ਬਹਿੰਦੇ ਆ ਚਾਹੇ ਲੰਗਰ ਦੇ ਵਿੱਚ ਸੰਗਤ ਦੇ ਵਿੱਚ, ਉਹਨਾਂ 'ਤੇ ਗੁਰੂ ਦੀ ਕਿਰਪਾ ਹਮੇਸ਼ਾ ਜ਼ਿਆਦਾ ਹੁੰਦੀ ਆ। ਪਰ ਅਸੀਂ ਬਹੁਤ ਵਾਰੀ ਖਾਸ ਕਰਕੇ ਮੇਨ ਜਿਹੜਾ ਮੁੱਦਾ ਹੈਗਾ ਉਹ ਅਸੀਂ ਇਹ ਵਿਚਾਰਦੇ ਹਾਂ ਕਿ ਸੰਗਤ ਦਾ ਇਹ ਕਹਿਣਾ ਹੁੰਦਾ ਹੈਗਾ ਜੀ ਜਿਹੜੀ ਮੇਨ ਸਮੱਸਿਆ ਹੈ ਨਾ ਅਸੀਂ ਬੈਠਣਾ ਤਾਂ ਚਾਹੁੰਦੇ ਹਾਂ ਪਰ ਸਾਡੀ ਜਿਹੜੀ ਹੈ ਨਾ ਉਹ ਗੋਡਿਆਂ ਦੀ ਦਰਦ ਹੈ ਜਾਂ ਸਾਡੇ ਜੋ ਗੋਡਿਆਂ ਦੇ ਵਿੱਚ ਜੋ ਮੇਨ ਮੁਸ਼ਕਲ ਜੋੜਾਂ ਦੇ ਵਿੱਚ ਆਉਂਦੀ ਉਹਦੇ ਕਰਕੇ ਅਸੀਂ ਬੈਠ ਨਹੀਂ ਸਕਦੇ। ਪਰ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਸਾਡਾ ਜਿਹੜਾ ਮਨ ਹੈ ਨਾ ਪਹਿਲਾਂ ਹੀ ਇਸ ਚੀਜ਼ ਦੇ ਉੱਤੇ ਨਾਲ ਜੁੜ ਜਾਂਦਾ ਹੈਗਾ। ਜਿਵੇਂ ਅਸੀਂ ਕਿਤੇ ਦੂਰ ਜਾਣਾ ਹੋਵੇ, ਦੂਰ ਸਫ਼ਰ ਦੇ ਵਿੱਚ ਹੈ ਨਾ ਕੋਈ ਵੀ ਜਦੋਂ ਬੱਸ ਆ ਜਾਂਦੀ ਸਾਨੂੰ ਕੋਈ ਆਵਾਜਾਈ ਦਾ ਸਾਧਨ ਮਿਲ ਜਾਂਦਾ, ਸਾਡੇ ਪੈਰ ਜਿਹੜੇ ਹੈ ਨਾ ਆਟੋਮੈਟਿਕ ਭਾਰੇ ਹੋ ਜਾਂਦੇ। ਭਾਵ ਕੀ ਆ ਮਨ ਜਿਹੜਾ ਹੈ ਨਾ ਢੀਠਪੁਣੇ ਦੇ ਵਿੱਚ ਆ ਜਾਂਦਾ ਹੈਗਾ। ਪਰ ਅਗਰ ਅਸੀਂ ਕਿਤੇ ਜ਼ਰੂਰੀ ਜਾਣਾ ਹੋਵੇ ਸਾਧਨ ਵੀ ਨਾ ਹੋਵੇ ਫਿਰ ਸਾਨੂੰ ਪਤਾ ਹੈ ਕਿ ਸਾਨੂੰ ਸਾਧਨ ਦਾ ਕੋਈ ਮਿਲਣਾ ਨਹੀਂ, ਸਾਡਾ ਜਾਣਾ ਵੀ ਬੜਾ ਜ਼ਰੂਰੀ ਆ। ਇਹ ਜਿਹੜੀ ਆਲਸਵਾ ਜਾਂ ਢੀਠਪੁਣੇ ਦੀ ਅੰਦਰ ਸਮੱਸਿਆ ਬਣਦੀ ਹੈ ਆਪਣੇ ਆਪ ਹੀ ਖਤਮ ਹੋ ਜਾਂਦੀ ਆ ਅਤੇ ਸਾਡੇ ਸਰੀਰ ਦੇ ਵਿੱਚ ਫਿਰ ਹਰਕਤ ਆ ਜਾਂਦੀ ਆ। ਫਿਰ ਅਸੀਂ ਆਪਣੀ ਕੋਸ਼ਿਸ਼ ਦੇ ਨਾਲ ਜਾਂ ਅਸੀਂ ਆਪਣੀ ਹਿੰਮਤ ਦੇ ਨਾਲ ਉਹ ਪੈਂਡਾ ਜਿਹੜਾ ਹੈਗਾ ਉਹ ਬਿਨਾਂ ਬੇਹੀ ਗੱਲ ਤੋਂ ਅਗਰ ਤੈਅ ਕਰ ਸਕਦੇ ਹਾਂ ਅਤੇ ਗੁਰੂ ਘਰ ਦੇ ਵਿੱਚ ਸਾਡੇ ਅੰਦਰ ਇਹ ਕਿਉਂ ਨਹੀਂ ਉਤਸ਼ਾਹ ਬਣਦਾ ਕਿ ਅਸੀਂ ਬਿਨਾਂ ਕੁਰਸੀ ਤੋਂ ਗੁਰੂ ਘਰ ਦੇ ਵਿੱਚ ਬੈਠ ਕੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੀਏ। ਜਿਵੇਂ ਦਾਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਇੱਕ ਵਾਰ ਆਸ਼ਾ ਭੋਂਸਲੇ ਜੀ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਆ ਉਸ ਟਾਈਮ ਇਹਨਾਂ ਤੋਂ ਜਦੋਂ ਪੁੱਛਿਆ ਗਿਆ ਹੈ ਕਿ ਜਦੋਂ ਤੁਸੀਂ ਆਏ ਆ ਤੁਹਾਡੇ ਮਨ ਦਾ ਕੀ ਫੁਰਨਾ ਸੀਗਾ, ਅਤੇ ਆਸ਼ਾ ਜੀ ਹੁਣਾਂ ਨੇ ਫਿਰ ਉਹਦਾ ਜਵਾਬ ਦਿੱਤਾ ਸੀਗਾ ਕਿ ਮੇਰੇ ਮਨ ਦਾ ਫੁਰਨਾ ਇਹ ਸੀਗਾ ਕਿ ਮੇਰੇ ਜਿਹੜੇ ਹੈ ਨਾ ਗੋਡਿਆਂ ਦੀ ਪ੍ਰੋਬਲਮ ਸੀ, ਦਰਦ ਸੀ ਉਹ ਜ਼ਿਆਦਾ ਸੀਗੀ ਅਤੇ ਮੇਰੇ ਮਨ ਦਾ ਖਿਆਲ ਇੱਥੇ ਜੰਮ ਗਿਆ ਸੀਗਾ ਕਿ ਜਦੋਂ ਮੈਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕੂੰਗੀ ਤਾਂ ਮੇਰੀ ਜਿਹੜੀ ਹੈ ਗੋਡਿਆਂ ਦੀ ਦਰਦ ਹੈਗੀ ਇਹ ਮੈਨੂੰ ਬੈਠਣ ਨਹੀਂ ਦੇਊਗੀ। ਪਰ ਕਹਿੰਦੀ ਕਿ ਮੈਂ ਹੈਰਾਨ ਹੋ ਗਈ ਹਾਂ ਜਿਉਂ ਕਹਿ ਲਓ ਕਿ ਜਦੋਂ ਮੈਂ ਅੰਦਰ ਜਾ ਕੇ ਮੱਥਾ ਟੇਕਣ ਦੇ ਨਾਲ ਹੀ ਮੇਰੇ ਅੰਦਰ ਜਿਹੜਾ ਅੰਦਰ ਉਤਸ਼ਾਹ ਬਣਿਆ ਕਿ ਜਿਵੇਂ ਸਾਰੀ ਸੰਗਤ ਜਿਹੜੀ ਹੈਗੀ ਆ ਉਹ ਚੌਂਕੜਾ ਮਾਰ ਕੇ ਬੜੇ ਅਦਬ ਅਤੇ ਸਤਿਕਾਰ ਦੇ ਵਿੱਚ ਸਾਰੇ ਦਰਬਾਰ 'ਚ ਬੈਠੀ ਆ ਤਾਂ ਮੈਂ ਕਿਉਂ ਨਾ ਕੋਸ਼ਿਸ਼ ਕਰਾਂ। ਕਹਿੰਦੀ ਮੇਰੀ ਸਹਿਜ ਦੀ ਕੋਸ਼ਿਸ਼ ਦੇ ਨਾਲ ਹੀ ਇਹ ਜਿਹੜਾ ਚੌਂਕੜਾ ਸੀਗਾ ਇਹ ਆਪਣੇ ਆਪ ਹੀ ਅੰਦਰ ਲੱਗ ਗਿਆ। ਜਿਉਂ ਕਹਿ ਲਓ ਕਿ ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਕਲਾ ਸੀਗੀ ਪ੍ਰਤੱਖ ਉਹ ਮੇਰੇ ਉੱਤੇ ਪ੍ਰਗਟ ਹੋ ਗਈ ਆ ਅਤੇ ਮੈਨੂੰ ਕਹਿੰਦੀ ਪਤਾ ਨਹੀਂ ਲੱਗਾ ਕਿ ਮੇਰਾ ਕਦ ਚੌਂਕੜਾ ਲੱਗਾ ਅਤੇ ਮੈਂ ਕਦ ਗੁਰਬਾਣੀ ਦਾ ਕੀਰਤਨ ਦਾ ਰਸ ਮਾਣਿਆ ਅਤੇ ਉਸ ਤੋਂ ਬਾਅਦ ਸਹਿਜ ਵਿੱਚੋਂ ਉੱਠ ਕੇ ਹੀ ਕਹਿੰਦੀ ਬਾਹਰ ਆ ਗਈਆਂ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੇ ਸੱਜਣ ਗੁਰਬਾਣੀ ਦੇ ਅਸੂਲਾਂ ਦੇ ਉੱਤੇ ਚੱਲਦੇ ਆ ਉਹਨਾਂ ਉੱਤੇ ਗੁਰੂ ਘਰ ਦੀ ਕਿਰਪਾ ਅਵੱਸ਼ ਹੀ ਹੋ ਜਾਂਦੀ ਆ। ਪਰ ਅਗਰ ਅਸੀਂ ਇਹ ਮੰਨ ਕੇ ਪਹਿਲਾਂ ਚੱਲੀਏ ਕਿ ਅਸੀਂ ਜਾਣਾ ਹੀ ਪਹਿਲਾਂ ਸਭ ਤੋਂ ਮੱਥਾ ਟੇਕ ਕੇ ਕੁਰਸੀ 'ਤੇ ਬਹਿਣਾ ਹੈਗਾ ਤਾਂ ਫਿਰ ਦੱਸੋ ਸਾਡੀ ਇਹ ਜਿਹੜੀ ਸਮੱਸਿਆ ਹੈਗੀ ਆ ਇਹ ਕਿਵੇਂ ਹੱਲ ਹੋਊਗੀ। ਦਰਅਸਲ ਗੱਲ ਇਹ ਹੈਗੀ ਆ ਕਿ ਅਸੀਂ ਜਿਹੜੀ ਪੱਛਮ ਦੀ ਸਭਿਅਤਾ ਹੈ ਨਾ ਉਹਨੂੰ ਆਪਣੇ ਨਾਲ ਜ਼ਿਆਦਾ ਜੋੜ ਲਿਆ ਹੈਗਾ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਦੇਖਦੇ ਸੀ ਕਿ ਜਿਹੜੇ ਮਦਰਸੇ ਸੀਗੇ ਜਾਂ ਚਾਟਸ਼ਾਲ ਸੀਗੀ ਹੈ ਨਾ ਉੱਥੇ ਬੱਚਿਆਂ ਨੂੰ ਜਿਹੜਾ ਬਿਠਾਉਣ ਦਾ ਤਰੀਕਾ ਸੀਗਾ ਉਹ ਸੀਗਾ ਕਿ ਜ਼ਮੀਨ ਦੇ ਉੱਤੇ ਟਾਟ ਵਿਛਾ ਕੇ ਅਤੇ ਬੱਚਿਆਂ ਨੂੰ ਚੌਂਕੜਾ ਮਾਰ ਕੇ ਬਿਠਾਉਣਾ ਅਤੇ ਇਹਨਾਂ ਨੂੰ ਤਾਲੀਮ ਦੇਣੀ। ਇਹਦੇ ਨਾਲ ਆਪਾਂ ਕੀ ਦੇਖਦੇ ਹਾਂ ਕਿ ਜਿੰਨੀਆਂ ਵੀ ਜਿਹੜੀਆਂ ਪੁਰਾਣੀਆਂ ਤਾਲੀਮਾਂ ਸੀ ਉਹਦੇ ਵਿੱਚ ਬੱਚੇ ਜ਼ਿਆਦਾ ਹੁਸ਼ਿਆਰ ਹੋਏ ਆ, ਉਹ ਜ਼ਿਆਦਾ ਜ਼ਿੰਮੇਵਾਰ ਹੋਏ ਆ। ਉਹਨਾਂ ਬੱਚਿਆਂ ਦਾ ਜਿਹੜਾ ਬੁੱਧੀ ਦਾ ਵਿਕਾਸ ਸੀਗਾ ਉਹ ਦੂਸਰਿਆਂ ਨਾਲੋਂ ਜ਼ਿਆਦਾ ਸੀਗਾ। ਇਸ ਕਰਕੇ ਉਹ ਬੱਚੇ ਆਪਣੇ ਜੀਵਨ ਦੇ ਵਿੱਚ ਜਿਸ ਖੇਤਰ ਦੇ ਵਿੱਚ ਵੀ ਗਏ ਆ ਉਹਨਾਂ ਦੇ ਵਿੱਚ ਉਹਨਾਂ ਨੇ ਬੁਲੰਦੀਆਂ ਹਾਸਲ ਕੀਤੀਆਂ ਹੈ। ਪਰ ਕਿਉਂਕਿ ਅਸੀਂ ਆਪਣੇ ਸਕੂਲਾਂ ਦੇ ਅੰਦਰ ਵੀ ਜੋ ਪੱਛਮ ਦੀ ਸਭਿਅਤਾ ਹੈ ਨਾ ਉਹਨੂੰ ਅਸੀਂ ਬੈਂਚਾਂ ਜਾਂ ਡੈਕਸਾਂ ਦੇ ਰੂਪ ਦੇ ਵਿੱਚ ਅਖਤਿਆਰ ਕਰ ਲਿਆ ਹੈ ਅਤੇ ਉਹਦੇ ਵਿੱਚ ਅਸੀਂ ਜਦੋਂ ਬੱਚਿਆਂ ਨੂੰ ਵਿੱਦਿਆ ਦਿੰਦੇ ਹਾਂ ਤਾਂ ਅਸੀਂ ਇਹ ਵੀ ਉਹਦਾ ਰਿਜ਼ਲਟ ਦੇਖਿਆ ਹੈ
ਕਿ ਬੱਚਿਆਂ ਦੇ ਅੰਦਰ ਹੈ ਨਾ ਇਨਸਾਨ ਬਣਨ ਦੀ ਜਿਹੜੀ ਭਾਵਨਾ ਹੈਗੀ ਉਹ ਤਕਰੀਬਨ ਬਹੁਤ ਘਟ ਗਈ ਹੈ, ਅਤੇ ਜ਼ਿਆਦਾ ਜਿਹੜੀ ਦੌੜ ਹੈਗੀ ਹੈ ਨਾ ਉਹ ਇਸ ਪਾਸੇ ਮਾਇਆ ਦੀ ਖਿੱਚ ਵੱਲ ਬਣ ਗਈ ਹੈ। ਸੋ ਪਰ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਸੀ ਉਹ ਨਹੀਂ ਸੀ ਚੱਲਦਾ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਚਾਹੇ ਸਤਯੁਗ ਸੀ, ਚਾਹੇ ਤ੍ਰੇਤਾ ਯੁੱਗ, ਚਾਹੇ ਦੁਆਪਰ ਯੁੱਗ ਆਇਆ ਹੈ, ਉਹਨਾਂ ਯੁੱਗਾਂ ਦੇ ਵਿੱਚ ਵੀ ਇਸ ਤਰ੍ਹਾਂ ਕੁਰਸੀ ਮੇਜ਼ ਦਾ ਕੋਈ ਵੀ ਜਿਹੜਾ ਹੈ ਨਾ ਵਿਧਾਨ ਨਹੀਂ ਸੀ ਹੁੰਦਾ, ਕਿਉਂ ਸਭ ਨੂੰ ਹੀ ਬੜੇ ਪਿਆਰ ਅਤੇ ਅਦਬ ਦੇ ਨਾਲ ਇਸ ਧਰਤੀ ਮਾਂ ਦੀ ਗੋਦ ਦੇ ਉੱਤੇ ਜਿਹੜਾ ਸੀ ਉਹ ਬਿਠਾਇਆ ਜਾਂਦਾ ਸੀਗਾ। ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਮਹਾਰਾਜ ਤੱਕ, ਚਾਹੇ ਭਾਈ ਗੁਰਦਾਸ ਜੀ ਤੱਕ, ਸਾਡੀ ਗੁਰਬਾਣੀ ਜਦੋਂ ਆਈ ਆ, ਇਸ ਗੁਰਬਾਣੀ ਦਾ ਗੁਰੂ ਅਰਜਨ ਦੇਵ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਇਸ ਗੁਰਬਾਣੀ ਨੂੰ ਇਕੱਠਾ ਕਰਕੇ ਇਸ ਜਗਤ ਦੇ ਭਲੇ ਦੇ ਵਾਸਤੇ ਪ੍ਰਕਾਸ਼ ਕੀਤਾ ਹੈਗਾ। ਉਹ ਕਿਸੇ ਟੇਬਲ ਜਾਂ ਕੁਰਸੀ ਉੱਤੇ ਬੈਠ ਕੇ ਨਹੀਂ ਕੀਤਾ। ਉਹ ਦੇਖੋ, ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਹੁਣਾਂ ਨੇ, ਭਾਈ ਗੁਰਦਾਸ ਜੀ ਹੁਣਾਂ ਨੇ ਚੌਂਕੜਾ ਮਾਰ ਕੇ ਬੜੇ ਅਦਬ ਅਤੇ ਸਤਿਕਾਰ ਨਾਲ ਇਹ ਸਾਰੀ ਗੁਰਬਾਣੀ ਦਾ ਸੰਗ੍ਰਹਿ ਕਰਕੇ ਪਰਉਪਕਾਰ ਵਾਸਤੇ, ਕਲਯੁਗ ਜੀਵਾਂ ਦੇ ਭਲੇ ਦੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਕਰਾਇਆ। ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਬੈਠ ਕੇ ਬੜੇ ਅਦਬ ਅਤੇ ਸਤਿਕਾਰ ਚੌਂਕੜੇ ਦੇ ਨਾਲ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਸੀਗੀ, ਉਹ ਕਿਵੇਂ ਉਸ ਜਗ੍ਹਾ ਦੇ ਉੱਤੇ ਬਿਰਾਜਮਾਨ ਹੋਏ ਸੀਗੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਿਆ ਗਿਆ ਸੀਗਾ। ਭਾਵ ਕੀ ਆ, ਕਿਸੇ ਨੇ ਵੀ ਕੋਈ ਕੁਰਸੀ ਦੀ ਮੰਗ ਨਹੀਂ ਸੀ ਕੀਤੀ। ਪਰ ਸਾਡੇ ਵਿੱਚ ਇਹ ਗੱਲ ਜਿਹੜੀ ਹੈ ਨਾ ਇਹ ਹੌਲੀ ਹੌਲੀ ਇਸ ਤਰ੍ਹਾਂ ਚੱਲ ਰਹੀ ਆ, ਪਰ ਇਹ ਜਿਹੜੀ ਹੈ ਨਾ ਕੁਰਸੀ ਦੀ ਮੰਗ ਆ, ਸਮਾਂ ਪਾ ਕੇ ਸਾਡੇ ਲਈ ਬੜੀ ਘਾਤਕ ਹੋ ਸਕਦੀ ਆ, ਕਿਉਂਕਿ ਅਸੀਂ ਜੋ ਗੁਰੂ ਘਰ ਦੇ ਵਿੱਚ ਦਿੱਤੇ, ਗੁਰੂ ਸਾਹਿਬਾਂ ਵੱਲੋਂ ਬਣਾਏ ਕਾਇਦੇ ਅਤੇ ਕਾਨੂੰਨ ਆ, ਉਹਨਾਂ ਨੂੰ ਅਗਰ ਅਸੀਂ ਜ਼ਿੰਦਗੀ ਵਿੱਚ ਬਣਾਵਾਂਗੇ ਤਾਂ ਗੁਰੂ ਘਰ ਦੀਆਂ ਅਸਲ ਦੇ ਵਿੱਚ ਸੱਚੀਆਂ ਖੁਸ਼ੀਆਂ ਅਤੇ ਸੱਚੀਆਂ ਪਾਤਸ਼ਾਹੀਆਂ ਜਿਹੜੀਆਂ ਉਹ ਹਾਸਲ ਕਰਾਂਗੇ। ਹੁਣ ਕਲਗੀਧਰ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਆਪਣੀ ਇਹ ਜਿਹੜੀ ਕਲਮ ਹੈ ਇਹ ਐਸੀ ਚਲਾਈ ਆ ਕਿ ਅੱਜ ਦੁਨੀਆ ਦਾ ਕੋਈ ਵੀ ਰਹਿਬਰ ਪੀਰ ਜਾਂ ਕੋਈ ਵੀ ਵਸਿੰਦਾ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਐਡੇ ਮਹਾਨ ਗ੍ਰੰਥ ਨਹੀਂ ਲਿਖ ਪਾਇਆ। ਪਰ ਮਹਾਰਾਜ ਨੇ ਸਾਰੇ ਗ੍ਰੰਥ ਕਿਸੇ ਕੁਰਸੀ ਜਾਂ ਟੇਬਲ 'ਤੇ ਬੈਠ ਕੇ ਨਹੀਂ ਲਿਖੇ। ਮਹਾਰਾਜ ਨੇ ਦੇਖੋ ਸਾਰੇ ਗ੍ਰੰਥ ਚੌਂਕੜਾ ਮਾਰ ਕੇ ਸਤਿਕਾਰ ਦੇ ਵਿੱਚ ਵਾਹਿਗੁਰੂ ਜੀ ਦੇ ਕਾਨੂੰਨਾਂ ਨੂੰ ਅਪਣਾਉਂਦੇ ਹੋਏ ਇਹਨਾਂ ਨੂੰ ਦਾ ਸਾਰਿਆਂ ਦਾ ਪ੍ਰਕਾਸ਼ ਕੀਤਾ ਹੈਗਾ। ਇਹ ਬੜੇ ਕਮਾਲ ਦੀ ਗੱਲ ਹੈ। ਭਾਵ ਕੀ ਹੈ ਕਿ ਸਾਨੂੰ ਆਪਣਾ ਜਿਹੜਾ ਨਾ ਖਾਸ ਕਰਕੇ ਧਰਮ ਦਾ ਕਾਨੂੰਨ ਹੈ ਉਹਦੇ ਉੱਤੇ ਸਾਨੂੰ ਪਹਿਲ ਦੇ ਆਧਾਰ 'ਤੇ ਪਹਿਰਾ ਦੇਣਾ ਚਾਹੀਦਾ ਹੈ। ਸਾਨੂੰ ਸਾਡੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈਗਾ ਕਿ ਕਿਵੇਂ ਸਾਡੇ ਪੁਰਾਣੇ ਟਾਈਮ ਦੇ ਜਿਹੜੇ ਮਦਰਸੇ ਸੀ ਜਾਂ 4 ਸਾਲਾਂ ਸੀਗੀਆਂ, ਕਿਵੇਂ ਉਹਨਾਂ ਦੇ ਵਿੱਚ ਬੱਚੇ ਜਿਹੜੇ ਉਹ ਸਿੱਖਿਆ ਲੈਂਦੇ ਸੀਗੇ ਅਤੇ ਕਿੱਡੇ ਉਹ ਯੋਧੇ ਬਣੇ ਆ, ਕਿੱਡੇ ਨਾਮ ਅਭਿਆਸੀ ਸਾਧੂ ਸੰਤ ਬਣੇ ਆ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿੰਨੇ ਉੱਚੇ ਮੁਕਾਮ ਹਾਸਲ ਕੀਤੇ ਆ। ਇਹ ਸਾਰਾ ਹੀ ਹੈ ਨਾ ਇਸ ਚੌਂਕੜੇ ਦੀ ਸਾਧਨਾ ਕਰਕੇ ਹੋਇਆ ਹੈ। ਸੋ ਜ਼ਰੂਰੀ ਹੈ ਕਿ ਸਾਨੂੰ ਇਸ ਚੀਜ਼ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਅਗਰ ਅਸੀਂ ਧਿਆਨ ਦੇਵਾਂਗੇ ਤਾਂ ਸਾਡਾ ਜੀਵਨ ਵੀ ਖੁਸ਼ਹਾਲ ਹੋ ਸਕਦਾ ਹੈ, ਕਿਉਂਕਿ ਇਹ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਇਹ ਪੂਰੇ ਗੁਰੂ ਦੁਆਰਾ ਜਿਹੜੇ ਕਾਨੂੰਨ ਬਣੇ ਆ ਅਤੇ ਪੂਰੇ ਗੁਰੂਆਂ ਦੀ ਜਿਹੜੀ ਹੈ ਨਾ ਉਹ ਪੂਰੀ ਹੀ ਸਾਰੀ ਕਿਰਿਆ ਹੁੰਦੀ ਹੈ। ਸੋ ਉਹਦੇ ਕਿਰਿਆ ਦੇ ਵਿੱਚ ਕਿਸੇ ਕਿਸਮ ਦਾ ਕੋਈ ਦਖਲ ਨਹੀਂ ਹੁੰਦਾ। ਇਸ ਕਰਕੇ ਬਾਬੇ ਨਾਨਕ ਤੋਂ ਲੈ ਕੇ ਕਲਗੀਧਰ ਮਹਾਰਾਜ ਤੱਕ ਇਹਨਾਂ ਕਾਨੂੰਨਾਂ ਨੂੰ ਸਾਰੀ ਸੰਗਤ ਨੇ ਆਪਣੇ ਜੀਵਨ ਦੇ ਵਿੱਚ ਅਪਣਾਇਆ ਸੀਗਾ ਅਤੇ ਖਾਲਸੇ ਦੀ ਚੜ੍ਹਦੀ ਕਲਾ ਰਹੀ ਸੀ। ਪਰ ਜਿਉਂ ਅਸੀਂ ਇਹਨਾਂ ਕਾਨੂੰਨਾਂ ਦੇ ਵਿੱਚ ਪੱਛਮ ਦੀ ਸਭਿਅਤਾ ਨੂੰ ਮਿਕਸ ਕਰਨਾ ਸ਼ੁਰੂ ਕਰ ਦਿੱਤਾ, ਅਸੀਂ ਦੇਖਦੇ ਹਾਂ ਕਿ ਸਾਡੇ ਅੰਦਰ ਉਹ ਗੱਲ ਨਹੀਂ ਬਣੀ ਜਿਹਦੀ ਗੱਲ ਦੇ ਉੱਤੋਂ ਗੁਰੂ ਸਾਹਿਬ ਜਾਂ ਸਾਡੇ ਪੁਰਾਣੇ ਜੋ ਸਿੰਘ ਸ਼ਹੀਦ ਹੈ ਉਹ ਸਾਡੇ ਉੱਤੇ ਮਾਣ ਕਰਦੇ ਸੀਗੇ। ਪਰ ਅੱਜ ਅਸੀਂ ਦੇਖ ਲਿਆ ਕਿ ਸਾਡੀ ਜਿਹੜੀ ਸਭ ਤੋਂ ਵੱਡੀ ਗਲਤੀ ਉਹ ਇਸ ਉੱਤੇ ਹੀ ਆ ਕਿ ਸਾਨੂੰ ਸੰਗਤ ਦੇ ਵਿੱਚ ਬੈਠਣ ਦਾ ਅਤੇ ਲੰਗਰ ਛਕਣ ਦਾ ਜਿਹੜਾ ਢੰਗ ਤਰੀਕਾ ਹੈਗਾ ਉਹ ਅਸੀਂ ਗਲਤ ਅਪਣਾ ਲਿਆ ਹੈਗਾ। ਤਾਂ ਸਾਨੂੰ ਫਿਰ ਜ਼ਰੂਰੀ ਆ ਕਿ ਚਾਹੇ ਸੰਗਤ ਦੇ ਵਿੱਚ ਕੋਈ ਵੀ ਉੱਚਾ ਆਦਮੀ ਕਿਸੇ ਵੀ ਵੱਡੇ ਤੇ ਅਹੁਦੇ ਹੋਵੇ ਅਤੇ ਨੀਵੇਂ ਤੋਂ ਨੀਵਾਂ ਹੋਵੇ, ਪਰ ਸੰਗਤ ਦੇ ਵਿੱਚ ਸਭ ਦੀ ਇੱਕ ਬਰਾਬਰ ਸੁਰਤਾ ਹੁੰਦੀ ਆ, ਕਿਉਂਕਿ ਇੱਥੇ ਊਚ ਨੀਚ ਭਿੰਨ ਭੇਦ ਕਿਸੇ ਕਿਸਮ ਦਾ ਕੁਛ ਵੀ ਨਹੀਂ ਹੈ। ਤਾਂ ਸਾਨੂੰ ਆਪ ਵੀ ਇਸ ਕਾਨੂੰਨ ਨੂੰ ਫੋਲੋ ਕਰਨਾ ਚਾਹੀਦਾ। ਅਤੇ ਦੂਸਰੀ ਗੱਲ ਹੈ, ਜਿੰਨੇ ਵੀ ਸੰਗਤ ਤੋਂ ਬਾਹਰ ਦੀ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਵੀ ਇਹਨਾਂ ਦੇ ਵੱਲ ਪ੍ਰੇਰਨਾ ਚਾਹੀਦਾ। ਫਿਰ ਇਹ ਜਿਹੜੀ ਸਮੱਸਿਆ ਹੈਗੀ ਆ ਇਹ ਆਪਣੇ ਆਪ ਹੀ ਖਤਮ ਹੋ ਜਾਊਗੀ ਅਤੇ ਜਿੱਦਣ ਇਹ ਸਮੱਸਿਆ ਉੱਤੇ ਫਤਿਹ ਪਊਗੀ ਫਿਰ ਅਸੀਂ ਦੇਖਾਂਗੇ ਕਿ ਕਿਵੇਂ ਗੁਰੂ ਦੀਆਂ ਸੱਚੀਆਂ ਖੁਸ਼ੀਆਂ ਅਤੇ ਸੱਚੀਆਂ ਪਾਤਸ਼ਾਹੀਆਂ ਦੀ ਕਿਰਪਾ ਜਿਹੜੀ ਹੈ ਉਹ ਹਰੇਕ ਗੁਰਸਿੱਖ ਦੇ ਉੱਤੇ ਹੋ ਜਾਏਗੀ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।